स्वागत है ਤੁਹਾਡੇ ਸਾਰਿਆਂ ਦਾ ਹੈਡਲਾਈਨ ਕੈਨੇਡਾ ਦੀ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ। ਮੈਂ ਹਾਂ ਜਸਲੀਨ ਕਾਲਰਾ। 2018 ਬਰੈਂਪਟਨ ਹਾਲ ਆਫ ਫੇਮ ਦੇ ਵਿੱਚ 4 ਨਵੇਂ ਇੰਡਕਟੀਜ਼ ਸ਼ਾਮਿਲ ਕੀਤੇ ਗਏ ਹਨ। एथलीट्स एंड बिल्डर्स कैटेगरी ਦੇ ਵਿੱਚ इस साल हरनेक सिंह राय पहले पंजाबी पावर लिफ्टर ਹਨ ਜਿਨ੍ਹਾਂ ਦਾ ਨਾਮ ਬਰੈਂਪਟਨ ਹਾਲ ਆਫ ਫੇਮ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਅਤੇ ਐਸੇ ਅਚੀਵਮੈਂਟ ਨੂੰ ਮਨਾਉਂਦੇ ਹੋਏ ਅਸੀਂ ਅੱਜ ਗੱਲਬਾਤ ਕਰਾਂਗੇ ਹਰਨੇਕ ਸਿੰਘ ਰਾਏ ਦੇ ਨਾਲ। ਸਤਿ ਸ਼੍ਰੀ ਅਕਾਲ, ਪੀਟੀਸੀ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਤੇ ਪਹਿਲਾਂ ਸਾਰੇ ਮੈਂ ਦੇਖਣ ਵਾਲੇ ਦਰਸ਼ਕਾਂ ਦਾ ਤੇ ਤੁਹਾਡਾ ਖਾਸ ਕਰ ਧੰਨਵਾਦ ਕਰਦਾ ਕਿ ਤੁਸੀਂ ਮੇਰੇ ਕੋਲ ਘਰ ਆ ਕੇ ਇੱਥੇ ਇੰਟਰਵਿਊ ਕਰਨ ਆਏ ਆ। ਤੇ ਮੈਂ ਉਮੀਦ ਕਰਦਾ ਕਿ ਸਾਡੇ ਦਰਸ਼ਕਾਂ ਨੂੰ ਥੋੜਾ ਬਹੁਤਾ ਮੇਰੇ ਤੋਂ ਜਾਣਕਾਰੀ ਵੀ ਮਿਲੇਗੀ ਜੀ ਇਹਨਾਂ ਬਾਰੇ। जी इट्स अ प्लेजर फॉर अस एज वेल। सब तो पहला तुहानू बहुत बहुत मुबारकबाद इन्नी वड्डी अचीवमेंट तुसी हासिल कीती है। असी जानना चाहांगे कि पावर लिफ्टिंग दे विच तुहाडा इंटरस्ट किस तरह बनिया? असल च थोड़ी जी लंबी स्टोरी है, मैं शॉर्ट करदा। मेरे मामा जी जरनैल सिंह उन्हां दा नाम ते उन्हां दी डैथ हो गई सी तकरीबन मेरे ख्याल च 40-45 साल पहला जब मैं छोटा जिहा सीगा। ਉਹ ਘੁਲਦੇ ਸੀਗੇ ਜਿੱਦਾਂ ਛਿੰਝਾਂ ਪਿੰਡਾਂ ਦੇ ਵਿੱਚ ਹੁੰਦੀਆਂ ਰੈਸਲਰ, ਤੇ ਉਹ ਚਾਹੁੰਦੇ ਸੀ ਕਿ ਮੈਂ ਪਹਿਲਵਾਨੀ ਕਰਾਂ ਤੇ ਮੈਨੂੰ ਦਬ ਕੇ ਝੜ ਕੇ ਕਹਿਣਾ ਤੂੰ ਬੈਠਕਾਂ ਕੱਢ, ਡੰਡ ਕੱਢ। ਤੇ ਉਹਨਾਂ ਦੀ ਫਿਰ ਜਦੋਂ ਡੈਥ ਹੋਈ ਤੇ ਮੇਰਾ ਥੋੜ੍ਹਾ ਜਿਹਾ ਜਿੱਦਾਂ ਜੀ ਖਰਾਬ ਹੁੰਦਾ ਕਿ ਮੈਂ ਮਾਮਾ ਜੀ ਡੈਥ ਹੋ ਗਈ। ਮੇਰਾ ਸ਼ੌਕ ਤਾਂ ਪਹਿਲਾਂ ਵੀ ਰੈਸਲਿੰਗ ਵੱਲ ਇੰਨਾ ਨਹੀਂ ਸੀਗਾ, ਜ਼ਿਆਦਾ ਆਪ ਬਣ ਲਈ ਦੇਖਣ ਲਈ ਸੀਗਾ। ਤੇ ਫਿਰ ਸਾਡੇ ਪਿੰਡ ਦਾ ਕੋਈ ਮੁੰਡਾ ਮੇਰਾ ਫਰੈਂਡ ਸੀਗਾ ਤੇ ਉਹਨੇ ਮੈਨੂੰ ਬੋਡੀ ਬਿਲਡਿੰਗ ਦੀ ਮੈਗਜ਼ੀਨ ਦਿਖਾ ਲਈ ਕਿ ਕਹਿੰਦਾ, ਮੈਂ ਜਦੋਂ ਦੇਖਿਆ ਤਾਂ ਮੇਰੇ ਖਿਆਲ 'ਚ ਆਮ ਹੀ ਲੋਕਾਂ ਦੇ ਚਿੱਤ 'ਚ ਹੁੰਦਾ ਸੀ ਪਿੰਡਾਂ ਦੇ ਕੈਮਰੇ ਦਾ ਪਤਾ, ਤਾਂ ਉਸ ਟਾਈਮ 'ਤੇ ਇੰਨਾ ਨਹੀਂ ਸੀਗਾ ਕਿ ਕੈਮਰਾ ਟਰੈਕ ਆ ਵੀ ਕੈਮਰੇ ਨਾਲ ਬਣਾਈਆਂ ਵੀ ਇੰਨੀ ਬੋਡੀ ਸਿਹਤ ਕਿਸੇ ਦੀ ਹੋ ਨਹੀਂ ਸਕਦੀ। ਫਿਰ ਮੈਨੂੰ ਕਿਸੇ ਨੇ ਦੱਸਿਆ ਕਿ ਨਹੀਂ, ਇਹ ਅਸਲੀ ਆ ਕਿ ਤੁਸੀਂ ਖਾਓ ਪੀਓ ਐਕਸਰਸਾਈਜ਼ ਕਰੋ ਤੁਹਾਡੇ ਮਸਲ ਬਣ ਜਾਂਦੇ। ਤਾਂ ਮੈਂ ਥੋੜ੍ਹੀ ਜਿਹੀ ਬੋਡੀ ਬਿਲਡਿੰਗ ਕਰਨ ਦੀ ਕੋਸ਼ਿਸ਼ ਕੀਤੀ। ਤੇ ਸਾਡੇ ਪਿੰਡ ਦਾ ਇੱਕ ਬਜ਼ੁਰਗ ਹੁੰਦਾ ਸੀ ਤੇ ਮੈਨੂੰ ਉਹ ਕਹਿੰਦਾ ਤੂੰ ਕੀ ਕਰਦਾ? ਮੈਂ ਕਿਹਾ ਮੈਂ ਬੋਡੀ ਬਿਲਡਿੰਗ ਕਰਨੀ ਆ, ਮਸਲ ਬਣਾਉਣੇ ਆ। ਤਾਂ ਕਹਿੰਦਾ ਮਸਲ ਬਣਾ ਕੇ ਤੂੰ ਕਹਿੰਦਾ ਕੁੜੀਆਂ ਨੂੰ ਦਿਖਾ ਲੈਣੇ ਆ ਬਈ। ਉਹਨੇ ਮੈਨੂੰ ਥੋੜ੍ਹਾ ਜਿਹਾ ਦਾਬ ਕਿਹਾ, ਕਹਿੰਦਾ ਮੈਂ ਤਾਂ ਕਿਹਾ ਸੀ ਤੂੰ ਚੰਗਾ ਮੁੰਡਾ ਆ, ਤੂੰ ਤਾਂ ਕਹਿੰਦਾ ਬਹੁਤਾ ਵਧੀਆ ਬੰਦਾ ਨਹੀਂ। ਮੈਨੂੰ ਬੜੀ ਸ਼ਰਮ ਜਿਹੀ ਮੈਂ ਸੀਗਾ ਵੀ ਟੀਨਏਜਰ ਉਦੋਂ। ਤੇ ਫਿਰ ਸਾਡੇ ਇੱਕ ਹੋਰ ਪੇਂਡੂ ਮੁੰਡਾ ਸੀਗਾ, ਉਹ ਕਹਿੰਦਾ ਕਿ ਇੱਕ ਗੇਮ ਆ ਪਾਵਰ ਲਿਫਟਿੰਗ, ਕਿ ਉੱਥੇ ਮਸਲ ਜਾਂ ਹੋਰ ਕਿਸੇ ਚੀਜ਼ ਦੀ ਲੋੜ ਨਹੀਂ, ਭਾਰ ਜ਼ਿਆਦਾ ਚੱਕੋ ਤੁਸੀਂ ਜਿੱਤ ਜਾਣਾ। ਤੇ ਥੋੜ੍ਹੀ ਬਹੁਤੀ ਟ੍ਰੇਨਿੰਗ ਫਿਰ ਮੈਂ ਜਿੱਦਾਂ ਸ਼ੁਰੂ ਕਰ ਦਿੱਤੀ ਪਾਵਰ ਲਿਫਟਿੰਗ। ਮੈਂ ਤਕਰੀਬਨ 12-13 ਸਾਲ ਦੀ ਮੇਰੀ ਉਮਰ ਸੀਗੀ। ਤੇ ਉਸ ਤੋਂ ਮਗਰੋਂ ਫਿਰ ਕਦੇ ਸੋਚਿਆ ਹੀ ਨਹੀਂ ਹੋਰ ਕੋਈ ਗੇਮ ਵੱਲ ਜਾਣ। ਤਾਂ ਕੰਪੀਟੀਸ਼ਨਾਂ 'ਤੇ ਵੀ ਮੈਂ ਕਾਫੀ ਉਦੋਂ ਦਾ ਹੀ ਸ਼ੁਰੂ ਕੀਤਾ। ਤਕਰੀਬਨ ਹੁਣ ਤਾਂ ਮੇਰੇ ਖਿਆਲ 40-45 ਸਾਲ ਹੋ ਗਏ ਪਾਵਰ ਲਿਫਟਿੰਗ ਦੇ ਵਿੱਚ ਹੀ ਹਾਂ ਜੀ ਮੈਂ। जी बिल्कुल। एंड तुसी काफ़ी सिर्फ वर्ल्ड चैंपीयनशिप तो सानू पता ही है, नाल ही तुसी ओंटारियो दे विच भी चैंपीयनशिप विच जित हासिल कीती है, कैनेडा दे विच भी वक-वक चैंपीयनशिप्स दे विच तुसी जित हासिल कीती है। पर बैकग्राउंड दी थोड़ी जी गल करिए तो कैनेडा दे विच तुसी अपने परिवार दे नाल कदों कदम रखिया? मैं इंडिया तो वैसे आ गया सीगा 1979 ਵਿੱਚ। ਤੁਸੀਂ ਬਿਲੀਵ ਨਹੀਂ ਕਰਨਾ ਲੁਕਿੰਗ ਐਟ ਯੂਰ ਏਜ ਕਿ ਮੈਂ 79 ਦੇ ਵਿੱਚ ਸਟੂਡੈਂਟ ਵੀਜ਼ੇ ਤੇ ਆਇਆ ਸੀ ਇੰਗਲੈਂਡ ਦੇ ਵਿੱਚ। ਤੇ ਉੱਥੇ ਗਲਾਸਗੋ ਕੈਲੇਡੋਨੀਅਨ ਯੂਨੀਵਰਸਿਟੀ ਬੜੀ ਫੇਮਸ ਆ ਜੀ। ਤੇ ਮੈਂ ਉੱਥੇ ਸੋਸ਼ਲ ਸਾਇੰਸਿਸ ਦੀ BA ਕੀਤੀ। ਪਹਿਲਾਂ ਮੈਂ ਇੰਡੀਆ ਤੋਂ BA ਕਰਕੇ ਉੱਥੇ ਆਇਆ ਸੀ ਸਟੂਡੈਂਟ ਵੀਜ਼ੇ ਤੇ। ਤੇ ਫਿਰ ਮੇਰੇ ਪੇਰੈਂਟਸ ਤੇ ਮੇਰਾ ਵੱਡਾ ਭਰਾ, ਛੋਟਾ ਭੈਣ ਭਰਾ ਇੱਥੇ ਸੀਗੇ। ਕਹਿੰਦੇ ਤੁਸੀਂ ਇੱਥੇ ਆ ਜਾਓ ਕਿ ਇਕੱਠਾ ਸਾਰਾ ਪਰਿਵਾਰ ਇੱਥੇ ਰਹਿ ਲਊਗਾ। ਤੇ ਮੈਂ ਫਿਰ 87 'ਚ ਇੱਥੇ ਪੁਆਇੰਟ ਸਿਸਟਮ ਤੇ ਆਇਆ ਸੀ ਕੈਨੇਡਾ ਤੋਂ। ਤੇ ਪਹਿਲਾਂ ਮੈਂ ਪਾਵਰ ਲਿਫਟਿੰਗ ਵੈਸੇ ਸਕਾਟਲੈਂਡ 'ਚ ਹੀ ਸ਼ੁਰੂ ਕਰ ਦਿੱਤੀ ਸੀ। ਉਸ ਟਾਈਮ 'ਤੇ ਜਦੋਂ ਮੈਂ ਕੈਨੇਡਾ 'ਚ ਵੀ ਆਇਆ ਤੇ ਮੇਰੇ ਕੋਲ ਹਾਲੇ ਵੀ ਮੈਗਜ਼ੀਨ ਪਈ ਹੈ KT7 ਦੀ, ਕੈਨੇਡੀਅਨ ਪਾਵਰ ਲਿਫਟਿੰਗ ਮੈਗਜ਼ੀਨ। ਤੇ ਉਹਨਾਂ ਨੇ ਮੇਰਾ ਵੈਲਕਮ ਕੀਤਾ ਸੀ ਅਫੀਸ਼ੀਅਲ ਕਿ ਹਰਨੇਕ ਰਾਏ ਇੱਥੇ ਆ ਰਿਹਾ, ਕਿ ਅਸੀਂ ਉਹਦਾ ਵੈਲਕਮ ਕਰਦੇ ਹਾਂ। ਤੇ 87 ਤੋਂ ਫਿਰ ਮੈਂ ਇੱਥੇ ਹੀ ਪਾਵਰ ਲਿਫਟਿੰਗ ਦੇ ਵਿੱਚ ਕਾਫੀ ਜਿੱਦਾਂ ਕੰਪੀਟੀਸ਼ਨਾਂ 'ਤੇ ਵੀ ਜਾਂ ਰੈਫਰੀ 'ਤੇ ਵੀ ਮਤਲਬ ਇੱਥੇ ਤੁਹਾਨੂੰ ਇੱਦਾਂ ਹੁੰਦਾ ਕਿ ਜੇ ਇੱਕ ਰੈਫਰੀ ਇੱਕ ਕੰਟਰੀ ਵਿੱਚ ਦੂਜੇ ਕੰਟਰੀ ਜਾਂਦਾ ਉਹਨੂੰ ਰਿਕੋਗਨਾਈਜ਼ ਨਹੀਂ ਕਰਦੇ। ਤੇ ਫਿਰ 87 'ਚ ਇੱਥੇ ਮੈਂ ਰੈਫਰੀ ਦਾ ਐਗਜ਼ਾਮ ਪਾਸ ਕਰ ਲਿਆ ਸੀ ਜਿਹੜਾ ਸਾਡੇ ਪ੍ਰੋਵਿੰਸ਼ੀਅਲ ਲੈਵਲ ਹੁੰਦਾ। ਫਿਰ 2-4 ਸਾਲ ਪਿੱਛੋਂ ਤੁਸੀਂ ਨੈਸ਼ਨਲ ਲੈਵਲ ਦਾ ਟੈਸਟ ਪਾਸ ਕਰਕੇ ਨੈਸ਼ਨਲ ਲੈਵਲ ਦੇ ਰੈਫਰੀ ਬਣ ਸਕਦੇ ਆ। ਫਿਰ ਤੁਸੀਂ ਉਦੋਂ 4-5 ਸਾਲ ਬਾਅਦ ਇੰਟਰਨੈਸ਼ਨਲ ਰੈਫਰੀ ਦਾ ਰਿਟਨ ਟੈਸਟ ਦੇ ਕੇ ਇੰਟਰਨੈਸ਼ਨਲ ਰੈਫਰੀ ਬਣ ਜਾਂਦੇ ਆ। ਤੇ ਉਹ ਇੰਟਰਨੈਸ਼ਨਲ ਰੈਫਰੀ ਜਦੋਂ ਤੁਸੀਂ ਇੰਟਰਨੈਸ਼ਨਲ ਚੈਂਪੀਅਨਸ਼ਿਪ 'ਤੇ ਜਾਂ ਵਰਲਡ ਚੈਂਪੀਅਨਸ਼ਿਪ 'ਤੇ ਬਣਦੇ ਤੇ ਉਹਨੂੰ ਕੈਟਾਗਰੀ 2 ਰੈਫਰੀ ਕਿਹਾ ਜਾਂਦਾ। ਤੇ ਤੁਹਾਨੂੰ ਨੀਲਾ ਜਿਹੜਾ ਪੈਚ ਤੇ ਟਾਈ ਮਿਲਦੀ ਆ। ਤੇ ਉਸ ਤੋਂ ਮਗਰੋਂ 4 ਹੋਰ ਇੰਟਰਨੈਸ਼ਨਲ ਜਾਂ ਵਰਲਡ ਚੈਂਪੀਅਨਸ਼ਿਪ ਜੱਜ ਕਰਕੇ ਤੇ ਘੱਟੋ ਘੱਟ 4 ਸਾਲ ਉਡੀਕ ਕੇ ਮਿਨੀਮਮ, ਕਿ ਕਈ ਵਾਰ ਇੱਦਾਂ ਹੁੰਦਾ ਤੁਹਾਨੂੰ ਜ਼ਿਆਦਾ ਚਲਾ ਜਾਂਦਾ ਹਰੇਕ ਸਾਲ ਕੰਪੀਟੀਸ਼ਨ ਤੇ ਵਰਲਡ ਚੈਂਪੀਅਨਸ਼ਿਪ ਤੇ ਜਾ ਨਹੀਂ ਹੁੰਦਾ। ਫਿਰ ਤੁਸੀਂ ਰਿਟਨ ਟੈਸਟ ਤੇ ਪ੍ਰੈਕਟੀਕਲ ਟੈਸਟ ਪਾਸ ਕਰਕੇ ਕੈਟਾਗਰੀ 1 ਇੰਟਰਨੈਸ਼ਨਲ ਰੈਫਰੀ ਬਣਦੇ। ਫਿਰ ਤੁਹਾਨੂੰ ਲਾਲ ਟਾਈ ਤੇ ਲਾਲ ਪੈਚ ਮਿਲ ਜਾਂਦਾ। ਤੇ ਉਹ
ਦੁਨੀਆ ਦੇ ਵਿੱਚ ਤਕਰੀਬਨ ਹੁਣ ਇੰਟਰਨੈਸ਼ਨਲ ਪਾਵਰ ਲਿਫਟਿੰਗ ਫੈਡਰੇਸ਼ਨ ਕੋਲ 160-65 ਟੋਟਲ ਦੁਨੀਆ ਦੇ ਵਿੱਚ ਇੰਟਰਨੈਸ਼ਨਲ ਕੈਟਾਗਰੀ 1 ਰੈਫਰੀ ਆ ਤੇ ਮੈਂ ਕੈਟਾਗਰੀ 1 ਰੈਫਰੀ ਆ ਇਸ ਟਾਈਮ ਤੇ। ਵਾਓ, ਸਾਡੇ ਸਾਰਿਆਂ ਲਈ ਕਾਫੀ ਫਖਰ ਦੀ ਗੱਲ ਹੈਗੀ ਹੈ। ਔਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ 87 ਦੇ ਵਿੱਚ ਤੁਸੀਂ ਪਹਿਲੀ ਵਾਰੀ 79 ਦੇ ਵਿੱਚ ਤੁਸੀਂ ਪਹਿਲੀ ਵਾਰੀ ਇੰਡੀਆ ਤੋਂ ਬਾਹਰ ਨਿਕਲੇ, ਦੈਨ 87 ਦੇ ਵਿੱਚ ਤੁਸੀਂ ਇੱਥੇ ਮੂਵ ਹੋਏ, ਪਰ ਹਰ ਕਿਸੇ ਦਾ ਇੱਕ ਸਟਰਗਲ ਪੀਰੀਅਡ ਵੀ ਨਾਲ ਦੇ ਨਾਲ ਚੱਲਦਾ ਹੈ। ਤੁਹਾਡਾ ਵੀ ਕੋਈ ਸਟਰਗਲ ਪੀਰੀਅਡ ਸੀ? ਪਹਿਲਾਂ ਤਾਂ ਦੇਖੋ ਜੀ, ਮੈਂ ਸਟਰਗਲ ਪੀਰੀਅਡ ਇੱਥੇ ਮੇਰੇ ਖਿਆਲ 'ਚ ਯੰਗ ਜਿਹੜੀ ਜਨਰੇਸ਼ਨ ਆ, ਜਿਹੜੇ ਇੱਥੇ ਦੇ ਬੋਰਨ ਬੱਚੇ ਉਹਨਾਂ ਨੂੰ ਘੱਟ ਆ, ਕਿਉਂਕਿ 12ਵੀਂ ਤੱਕ 12ਵੇਂ ਗ੍ਰੇਡ ਤਾਈਂ ਉਹਨਾਂ ਨੂੰ ਫੀਸ ਨਹੀਂ ਦੇਣੀ ਪੈਂਦੀ ਤੇ ਬਾਕੀ ਯੂਨੀਵਰਸਿਟੀ ਦੇ ਵਿੱਚ ਜਦੋਂ ਜਾਂਦੇ ਉਹਨਾਂ ਨੂੰ ਥੋੜੀ ਜਿਹੀ ਫੀਸ ਕਾਫੀ ਆ। ਮੈਂ ਇਦਾਂ ਨਹੀਂ ਕਹਿੰਦਾ ਕਿ ਘਰਦਿਆਂ ਨੂੰ ਔਖਾ ਨਹੀਂ, ਮੈਂ ਆਪਣੇ ਬੱਚੇ ਪੜ੍ਹਾਏ ਆ ਤੇ ਯੂਨੀਵਰਸਿਟੀ ਦੀ ਫੀਸ ਹੈਗੀ, ਪਰ ਜਿਹੜੇ ਓਵਰਸੀਜ਼ ਸਟੂਡੈਂਟ ਉਹਨਾਂ ਦੀ ਤਕਰੀਬਨ 3 ਗੁਣਾ ਫੀਸ ਜ਼ਿਆਦਾ ਹੁੰਦੀ ਆ। ਤੇ ਇੱਥੇ ਮੈਂ ਆਮ ਲੋਕਾਂ ਤੋਂ ਸੁਣਦਾ, ਜਿਹੜੇ ਸਟੂਡੈਂਟ ਵੀ ਆ, ਕਿ ਉਹ ਕਹਿੰਦੇ ਇਹਨਾਂ ਨੂੰ ਕੀ ਪਤਾ ਜਿਹੜੇ ਇੱਥੇ ਰਹਿਣ ਵਾਲੇ। ਮੈਂ ਦੱਸਣਾ ਚਾਹੁੰਦਾ ਕਿ ਮੈਂ ਉੱਥੇ 4 ਸਾਲ ਗਲਾਸਗੋ ਕੈਲੇਡੋਨੀਆ ਯੂਨੀਵਰਸਿਟੀ 'ਚ ਪੜ੍ਹਿਆ, ਸੋਸ਼ਲ ਸਾਇੰਸ ਦੀ BA ਕੀਤੀ ਤੇ ਉਸ ਟਾਈਮ ਤੇ ਸਾਨੂੰ ਕੰਮ ਕਰਨ ਦੀ ਪਰਮਿਸ਼ਨ ਵੀ ਨਹੀਂ ਸੀ। ਤੇ ਚਲੋ ਥੋੜਾ ਬਹੁਤਾ ਕੰਮ ਮੈਂ ਉੱਥੇ ਪੰਜਾਬੀ ਵੀ ਪੜ੍ਹਾਉਂਦਾ ਰਿਹਾ, ਰੈਸਟੋਰੈਂਟਾਂ 'ਚ ਵੀ ਕੰਮ ਕੀਤਾ ਤੇ ਆਪਣੀ ਫੀਸ ਵੀ ਮੈਂ ਦਿੰਦਾ ਸੀ ਆਪ, ਤੇ ਕਾਰ ਵੀ ਮੇਰੇ ਕੋਲ ਹੈ ਨਹੀਂ ਸੀ, ਬੱਸ ਵਿੱਚ ਜਾਣਾ, ਕੰਮ ਵੀ ਕਰਨਾ, ਵੀਕਐਂਡ ਤੇ 2 ਦਿਨ ਬੱਚਿਆਂ ਨੂੰ ਮੈਂ ਸਕੂਲੇ ਪੜ੍ਹਾਉਣਾ, ਹੋਰ ਵੋਲੰਟਰੀ ਮੈਂ ਕੰਮ ਕੀਤੇ ਤੇ ਉਸ ਟਾਈਮ ਤੇ ਵੀ ਮੈਂ ਪਾਵਰ ਲਿਫਟਿੰਗ ਕੀਤੀ ਜੀ। ਤੇ ਉਹ ਸਟਰਗਲ ਦਾ ਟਾਈਮ ਮੈਨੂੰ ਇਦਾਂ ਸੀਗਾ ਕਿ ਚਲੋ ਮੇਰੇ ਕੋਲ ਇਮੀਗ੍ਰੇਸ਼ਨ ਨਹੀਂ ਸੀ, ਪਰ ਮੇਰੇ ਕੋਲ ਪਰਮਿਸ਼ਨ ਸੀਗੀ ਉੱਥੇ ਰਹਿਣ ਦੀ, ਪਰ ਫਿਰ ਵੀ ਜਦੋਂ ਤੁਸੀਂ ਕੰਮ ਕਰਨਾ, ਆਪਣੀ ਰੋਟੀ ਰੋਜੀ ਵੀ ਕਮਾਉਣੀ, ਤੇ ਮੇਰਾ ਵਿਆਹ ਵੀ ਹੋ ਗਿਆ ਸੀਗਾ ਤੇ ਉਹਦੇ ਨਾਲ ਵੀ ਮੈਂ ਕੰਪੀਟੀਸ਼ਨ ਤੇ ਗਿਆ। ਜਦੋਂ ਮੈਂ ਇੱਥੇ ਆਇਆ ਤੇ ਮੈਂ 10-10 12-12 ਘੰਟੇ ਕੰਮ ਕਰਕੇ ਤੇ ਕੰਪੀਟੀਸ਼ਨ ਕਰਵਾ ਕੇ ਸਾਰੇ ਇੰਡੀਅਨ ਪੰਜਾਬੀ ਕਮਿਊਨਿਟੀ ਨੂੰ ਪਤਾ, ਕਿਉਂਕਿ ਮੈਂ 30 ਸਾਲ ਲਗਾਤਾਰ ਪੰਜਾਬੀ ਟੂਰਨਾਮੈਂਟ ਤੇ ਭਾਗ ਚੁਕਾਇਆ ਤੇ ਮੈਂ ਕਦੇ ਕਿਸੇ ਤੋਂ ਇੱਕ ਸਿੰਗਲ ਪੈਸਾ ਵੀ, ਮੈਂ ਇੱਥੇ ਵੀਡੀਓ ਤੇ ਦੱਸਦਾ ਕਿ ਇੱਕ ਵੀ ਟੂਰਨਾਮੈਂਟ ਕਮੇਟੀ ਤੋਂ 30 ਸਾਲਾਂ 'ਚ ਮੈਂ ਕਦੇ ਗੈਸ ਦਾ ਪੈਸਾ ਵੀ ਨਹੀਂ ਲਿਆ, ਇੱਕ ਸਿੰਗਲ ਪੈਸਾ ਵੀ ਮੇਰੀ ਜ਼ਿੰਮੇਵਾਰੀ ਹੁੰਦੀ ਸੀ ਜੀ। ਤੇ ਫਿਰ ਮੈਂ ਜਿਹੜੇ ਪ੍ਰੋਪਰ ਕੰਪੀਟੀਸ਼ਨ ਤਕਰੀਬਨ 50-60 ਕਰਾਏ ਆ ਟੋਰਾਂਟੋ ਦੇ ਵਿੱਚ। ਪਾਵਰ ਲਿਫਟਿੰਗ ਦੀ ਹਿਸਟਰੀ ਦੇ ਵਿੱਚ ਟੋਰਾਂਟੋ GTA ਦੇ ਵਿੱਚ ਇੱਕ ਵਾਰੀ ਨੈਸ਼ਨਲ ਚੈਂਪੀਅਨਸ਼ਿਪ ਹਾਲੇ ਤਾਈਂ ਹੋਈ ਆ 97 'ਚ, ਉਹਦਾ ਮੀਟ ਡਾਇਰੈਕਟਰ ਆਰਗੇਨਾਈਜ਼ਰ ਮੈਂ ਸੀਗਾ ਤੇ ਮੈਂ ਓਨਟਾਰੀਓ ਚੈਂਪੀਅਨਸ਼ਿਪ ਵੀ ਕਾਫੀ ਇੱਥੇ ਕਰਾਈਆਂ। ਔਰ ਰੈਕੋਰਡ 'ਚ ਜੀ ਜਿੱਦਾਂ ਵੀਡੀਓ 'ਚ ਮੈਨੂੰ ਕੋਈ ਇਦਾਂ ਹੈ ਨਹੀਂ ਕਿ ਮੈਂ ਬਹੁਤ ਕੰਪੀਟੀਸ਼ਨ ਇੱਥੇ ਕਰਾਏ ਆਪ, ਤੇ ਸਾਨੂੰ ਹਰੇਕ ਵਾਰ ਘਾਟਾ ਹੀ ਉਹਦੇ 'ਚ ਪੈਂਦਾ ਜੀ। ਤੇ ਜਿਹੜਾ ਓਨਟਾਰੀਓ ਪਾਵਰ ਲਿਫਟਿੰਗ ਐਸੋਸੀਏਸ਼ਨ, ਉਹਦਾ ਮੈਂ ਐਗਜ਼ੈਕਟਿਵ ਮੈਂਬਰ ਹਾਂ। ਤਕਰੀਬਨ 30 ਸਾਲ ਮੈਨੂੰ ਆਏ ਨੂੰ ਹੋ ਗਿਆ, ਮੇਰੇ ਖਿਆਲ 25-26 ਸਾਲ ਟੋਟਲ ਔਨ ਆਫ, ਕਦੇ ਕਿਸੇ ਪੋਜੀਸ਼ਨ ਤੇ ਕਦੇ ਕਿਸੇ ਪੋਜੀਸ਼ਨ ਤੇ ਮੈਂ ਤਕਰੀਬਨ ਐਗਜ਼ੈਕਟਿਵ ਮੈਂਬਰ ਹੈਗਾ, ਹਾਲੇ ਵੀ ਹੈਗਾ। ਆਪਣੇ ਜਿਹੜਾ ਟੋਰਾਂਟੋ ਤੋਂ ਲੈ ਕੇ ਹੈਮਿਲਟਨ ਦਾ ਏਰੀਆ, ਵੂਮਨਵੈਲ ਤੱਕ, GTA ਦਾ ਹੋਰ ਸਾਰਾ ਏਰੀਆ, ਇਹਦਾ ਚੇਅਰਮੈਨ ਮੈਂ ਆ। ਤੇ ਜਿਹੜੀ ਸਾਡੇ ਡੋਪਿੰਗ ਕੰਟਰੋਲ ਕੈਨੇਡੀਅਨ ਪਾਵਰ ਲਿਫਟਿੰਗ ਦੀ ਉਹਦੇ 2 ਮੈਂਬਰ ਹੁੰਦੇ ਆ। ਇੱਥੇ ਮੈਂ ਇਹ ਵੀ ਦੱਸ ਦਿੰਦਾ ਕਿ ਇਦਾਂ ਨਹੀਂ ਕਿ ਤੁਸੀਂ ਇੰਡੀਆ 'ਚ ਕਈ ਵਾਰ ਹੁੰਦਾ ਕਿ ਤੁਸੀਂ ਇੱਕ ਵਾਰੀ ਐਗਜ਼ੈਕਟਿਵ ਮੈਂਬਰ ਬਣ ਗਏ, ਤੁਸੀਂ ਬਣ ਗਏ ਜੀ। ਇੱਥੇ 2 ਸਾਲ ਪਿੱਛੋਂ ਇਲੈਕਸ਼ਨ ਹੁੰਦੀ ਆ ਜੀ, ਹੁੰਦੀ ਵੀ ਸੀਕ੍ਰੇਟ ਬੈਲਟ ਨਾਲ ਆ। ਤੁਸੀਂ ਭਾਵੇਂ ਅੱਜ ਮੈਂਬਰਸ਼ਿਪ ਲੈ ਕੇ ਜਦੋਂ ਇਲੈਕਸ਼ਨ ਆਉਣੀ ਆ, ਤੁਸੀਂ ਇਲੈਕਸ਼ਨ ਤੇ ਖੜੇ ਹੋ ਸਕਦੇ ਹੋ, ਤੁਹਾਨੂੰ ਕੋਈ ਕੁਐਸਚਨ ਨਹੀਂ ਕਰ ਸਕਦਾ ਜੀ। ਇੰਨਾ ਜ਼ਰੂਰ ਆ ਕਿ ਸੀਕ੍ਰੇਟ ਵੋਟਾਂ ਪੈਣੀਆਂ, ਤੁਹਾਨੂੰ ਇਹ ਨਹੀਂ ਪਤਾ ਕਿ ਮੈਂ ਵੀ ਜਾਂ ਨਾਲ ਦੇ ਨੇ ਵੋਟ ਪਾਈ ਤੁਹਾਨੂੰ ਜਾਂ ਨਹੀਂ ਜੀ। ਤੇ 2 ਸਾਲ ਪਿੱਛੋਂ ਵੋਟਾਂ ਪੈਣੀਆਂ, ਨੈਸ਼ਨਲ ਲੈਵਲ ਤੇ 3 ਸਾਲ ਪਿੱਛੋਂ ਪੈਂਦੀਆਂ। ਤੇ ਮੈਂ ਕਦੇ ਵੀ ਇਹ ਨਹੀਂ ਗਾ ਕਿ ਵੋਟ ਮੈਨੂੰ ਪਾਓ, ਜੋ ਮੈਂ ਕਹਿੰਦਾ ਤੁਹਾਨੂੰ ਕੰਮ ਮੇਰਾ ਠੀਕ ਲੱਗਦਾ, ਸਰਵਿਸ ਜੀ ਠੀਕ ਹੈ, ਕਿਉਂਕਿ ਪੈਸੇ ਤਾਂ ਸਾਨੂੰ ਮਿਲਦੇ ਨਹੀਂ ਜੀ। ਤੇ ਜਿਹੜੀ ਸਾਡੇ ਕੈਨੇਡੀਅਨ ਪਾਵਰ ਲਿਫਟਿੰਗ, ਉਹਦੀ ਐਂਟੀ ਡੋਪਿੰਗ ਕਮੇਟੀ ਆ, ਸ਼ਾਇਦ ਤੁਸੀਂ ਸਮਝਦੇ ਹੋ, ਡੋਪਿੰਗ ਸਟੈਰੋਇਡ ਵਗੈਰਾ ਨੂੰ ਵਾਚ ਕਰਨਾ, ਟੈਸਟ ਕਰਨਾ, ਉਹਦਾ ਤਕਰੀਬਨ 10-11 ਸਾਲ ਹੋ ਗਏ ਮੈਂ ਮੈਂਬਰ ਹਾਂ। 2 ਮੈਂਬਰਾਂ ਦੀ ਕਮੇਟੀ ਆ। ਉਹਦੇ ਲਈ ਤੁਹਾਨੂੰ ਬਹੁਤ ਜ਼ਿਆਦਾ ਲੋਕਾਂ ਦਾ, ਪੰਜਾਬੀ 'ਚ ਮੈਂ ਕਹਿ ਸਕਦਾ ਕਿ ਯਕੀਨ ਜਿੱਤਣਾ ਪੈਂਦਾ, ਕਿ ਜੇ ਮੇਰੇ ਕੋਲ ਪਤਾ ਕਿ ਡੋਪਿੰਗ ਕੰਟਰੋਲ, ਕਿ ਇੱਕ ਤਾਂ ਮੈਨੂੰ ਆਪਣਾ ਮੂੰਹ ਬੰਦ ਰੱਖਣਾ ਪੈਣਾ ਕਿ ਮੈਂ ਕਿਸੇ ਨੂੰ ਕਦੇ ਵੀ ਭਿਣਕ ਨਹੀਂ ਪੈਣ ਦੇਣੀ ਕਿ ਟਾਰਗੇਟ ਸਾਡਾ ਕੌਣ ਆ। ਤੇ ਦੂਜਾ ਇਹ ਆ ਕਿ ਮੈਂ ਕਿਸੇ ਨਾਲ ਲਿਹਾਜ਼ ਨਹੀਂ ਕਰਨੀ, ਚਾਹੇ ਤੁਸੀਂ ਜੇ ਮੇਰੇ ਨਾਲ ਕੱਲ੍ਹ ਨੂੰ ਪਾਵਰ ਲਿਫਟਿੰਗ ਸਟਾਰਟ ਕਰ ਲਈ, ਮੈਂ ਤੁਹਾਨੂੰ ਟ੍ਰੇਨਿੰਗ ਵੀ ਕਰਦਾ ਹੋਵਾਂ, ਤੁਹਾਨੂੰ ਕਾਰ 'ਚ ਕੰਪੀਟੀਸ਼ਨ ਤੇ ਵੀ ਲੈ ਕੇ ਜਾਵਾਂ, ਜੇ ਮੈਨੂੰ ਸ਼ੱਕ ਪੈ ਜਾਵੇ ਕਿ ਇੱਕਦਮ ਤੁਹਾਡੀਆਂ ਲਿਫਟਾਂ ਵੱਧ ਗਈਆਂ, ਵੀ ਸਮਥਿੰਗ ਰੋਂਗ, ਮੈਂ ਤੁਹਾਨੂੰ ਮਾਫ ਨਹੀਂ ਕਰਨਾ ਜੀ। ਤੇ ਤੁਹਾਨੂੰ ਵੀ ਪਤਾ ਲੱਗ ਜਾਣਾ ਮੈਂ ਤੁਹਾਨੂੰ ਇਹਨਾਂ ਨੂੰ ਰეკਮੈਂਡ ਕੀਤਾ ਕਿ ਤੁਹਾਡਾ ਟੈਸਟ ਹੋਵੇ। ਇਸ ਕਰਕੇ ਇੱਕ ਤਾਂ ਇਹ ਜੋਬ ਟਫ ਵੀ ਆ, ਪੈਸੇ ਇਹਦੇ ਮਿਲਦੇ ਨਹੀਂ ਹੈ, ਕਿ ਤੁਹਾਨੂੰ ਇਹ ਵੀ ਡਰ ਹੁੰਦਾ ਕਿ ਮੇਰੀ ਦੁਸ਼ਮਣੀ ਨਾ ਪਵੇ, ਕਿ ਇਹਨੇ ਮੈਨੂੰ ਫੜਿਆ, ਘਰੋਂ ਪਿਕ ਕੀਤਾ, ਕਿ ਤੁਹਾਨੂੰ 2 ਵਜੇ ਰਾਤ ਨੂੰ ਡੋਰ ਨੌਕ ਕੀਤੀ, ਉਹਨੇ ਕਹਿੰਦਾ ਟੈਸਟ ਕਰਨਾ ਆ। ਤੁਸੀਂ ਪਹਿਲਾਂ ਹੀ ਸੋਚਣਾ, ਤੁਸੀਂ ਕਹਿਣਾ ਹਰਨੇਕ ਨੇ ਕਿਹਾ ਹੋਣਾ, ਤੇ ਉਹ ਫਿਰ ਬੰਦਾ ਉਹੀ ਪਿਕ ਕਰਦੇ ਆ ਕਿ ਇੱਕ ਤਾਂ ਯਕੀਨ ਹੋਵੇ ਸਾਰਿਆਂ ਨੂੰ ਇੱਕੋ ਜਿਹਾ, ਚਾਹੇ ਮੇਰਾ ਭਰਾ ਹੋਵੇ, ਚਾਹੇ ਮੇਰੀ ਭੈਣ, ਚਾਹੇ ਦੋਸਤ ਹੋਵੇ,
ਕਿਸੇ ਨੂੰ ਮਾੜਾ ਨਹੀਂ ਟ੍ਰੇਨ ਕਰਨਾ, ਕਿਸੇ ਨੂੰ ਚੰਗਾ ਨਹੀਂ, ਜੋ ਕੁਝ ਕਰਨਾ ਉਹ ਕਰਨਾ। ਤੇ ਮੈਨੂੰ ਕਦੇ ਵੀ ਸਾਡੇ ਨੈਸ਼ਨਲ ਲੈਵਲ ਤੇ ਇਹ ਨਹੀਂ ਕਿਹਾ ਕਿ ਇਹਦਾ ਕੰਮ ਵਧੀਆ ਨਹੀਂ, ਇਹਨੂੰ ਲਾ ਦਿਓ। ਤੇ ਬਾਕੀ ਜਿਹੜੇ ਰੈਫਰੀਆਂ ਦੀ ਗੱਲ ਕੀਤੀ ਆ, ਉਹਦਾ ਥੋੜ੍ਹਾ ਜਿਹਾ ਹੁੰਦਾ ਕਿ ਮੋਸਟਲੀ ਤੁਹਾਨੂੰ ਖਰਚਾ ਕੋਲੋਂ ਕਰਨਾ ਪੈਂਦਾ ਤੇ ਕਈ ਵਾਰ ਤੁਹਾਨੂੰ ਛੁੱਟੀਆਂ ਨਹੀਂ ਮਿਲਦੀਆਂ। ਕਈ ਵਾਰੀ ਸਾਨੂੰ ਇਦਾਂ ਵੀ ਹੁੰਦਾ ਵੀ ਥੋੜ੍ਹੀ ਬਹੁਤੀ ਹੈਲਪ ਕਈ ਵਾਰੀ ਕਰ ਦਿੰਦੇ ਆ, ਪਰ ਕਿਉਂਕਿ ਗਵਰਨਮੈਂਟ ਜਿਹੜੀ ਸਾਡੀ ਓਨਟਾਰੀਓ ਸਰਕਾਰ ਜਾਂ ਕੈਨੇਡੀਅਨ ਸਰਕਾਰ ਸਾਡੀ ਪਾਵਰ ਲਿਫਟਿੰਗ ਨੂੰ ਇੱਕ ਸਿੰਗਲ ਸੈਂਟ ਵੀ ਨਹੀਂ ਦਿੰਦੇ ਜੀ। ਤੇ ਉਹ ਮੈਂ ਇੱਥੇ ਦੱਸਦਾ ਤਾਂ ਆਇਆ ਜੀ, ਸਾਡੇ ਜਿਹੜੇ ਐਮਪੀ ਆ ਉਹ ਸੁਣ ਲੈਣ ਕਿ ਇੱਕ ਤਾਂ ਹੁੰਦਾ ਕੋਈ ਝੂਠ ਆ, ਉਹਨਾਂ ਨੇ ਜੀ ਸਾਨੂੰ ਕਦੇ ਇੱਕ ਸਿੰਗਲ ਸੈਂਟ ਨਹੀਂ ਦਿੱਤਾ। ਤੇ ਇੱਥੇ ਦੀ ਸਰਕਾਰ ਜਿਹੜੀ ਆ ਉਹ ਖੇਲਾਂ ਲਈ ਇੰਨੀ ਚੰਗੀ ਨਹੀਂ ਹੈ। ਰੌਲਾ ਜਿੰਨਾ ਮਰਜ਼ੀ ਪਾਈ ਜਾਣ, ਖੇਲਾਂ ਦੀ ਬਹੁਤੀ ਸਪੋਰਟ ਹੈ ਨਹੀਂ। ਫਿਰ ਕਹਿੰਦੇ ਜੀ ਸਾਡੇ ਓਲੰਪਿਕ 'ਚੋਂ ਮੈਡਲ ਹੈ ਨਹੀਂ, ਜੇ ਤੁਸੀਂ ਸਪੋਰਟ ਹੀ ਨਹੀਂ ਕਰਨੀ ਤੇ ਫਿਰ ਮੈਡਲ ਐਥਲੀਟ ਕਿੱਥੋਂ ਲੈ ਕੇ ਆਉਣ। ਤੇ ਮੇਰੇ ਖਿਆਲ ਦੇ ਵਿੱਚ ਇੱਦਾਂ ਮੈਂ ਕਹਿਣਾ ਚਾਹੁੰਦਾ ਆਪਣੇ ਵੱਲੋਂ ਕਿ ਸਰਕਾਰ ਨੂੰ ਥੋੜ੍ਹਾ ਜਿਹਾ ਪੈਸਾ ਜ਼ਿਆਦਾ ਖਰਚਣਾ ਚਾਹੀਦਾ ਖੇਲਾਂ ਲਈ, ਕਿਉਂਕਿ ਅੰਡਰਸਟੈਂਡਿੰਗ ਇਹ ਹੋਣੀ ਚਾਹੀਦੀ ਕਿ ਜੇ ਤੁਸੀਂ ਖੇਲਾਂ ਦੀ ਮਦਦ ਕਰਦੇ ਆ, ਉਹ ਅਸਲ ਦੇ ਵਿੱਚ ਖੇਲਾਂ ਦੀ ਇਕੱਲੀ ਮਦਦ ਨਹੀਂ, ਉਹ ਹੈਲਥ ਲਈ ਵੀ ਪ੍ਰਮੋਸ਼ਨ ਆ। ਕਿ ਜੇ ਬੱਚੇ ਪਤਾ ਹੋਵੇਗਾ ਕਿ ਜੀ ਸਾਨੂੰ ਖੇਲਾਂ ਲਈ ਮਦਦ ਕਰਨੀ ਆ, ਉਹ ਚੰਗੇ ਪਾਸੇ ਜਾਣਗੇ, ਡਰੱਗਾਂ ਵੱਲ ਵੀ ਘੱਟ ਉਹਨਾਂ ਦਾ ਖਿਆਲ ਹੋਗਾ, ਫੇਰੇ ਤੇਰੇ ਤੋਂ ਵੀ ਘੱਟ ਖਿਆਲ ਹੋਵੇਗਾ। ਤੇ ਇਸ ਕਰਕੇ ਮੇਰੇ ਤੋਂ ਜਿੰਨਾ ਵੱਧੋ ਵੱਧ ਹਾਲੇ ਤਾਈਂ ਹੋ ਸਕਦਾ ਮੈਂ ਕੋਸ਼ਿਸ਼ ਕਰਦਾ ਆਪਣੇ ਵੱਲੋਂ। ਬਿਲਕੁਲ, ਔਰ ਅਸੀਂ ਤੁਹਾਡੇ ਨਾਲ ਇਹ ਗੱਲਬਾਤ ਜਾਰੀ ਰੱਖਾਂਗੇ ਬਿਕਾਜ਼ ਅਸੀਂ ਦੇਖ ਰਹੇ ਹਾਂ ਕਿ ਦਰਸ਼ਕਾਂ ਨੂੰ ਵੀ ਦੱਸਣਾ ਚਾਹਾਂਗੇ ਇਸ ਕਮਰੇ ਦੇ ਵਿੱਚ ਦੇਖ ਰਹੇ ਹਾਂ ਇੰਨੇ ਮੈਡਲਸ ਨੇ ਕਿ ਸ਼ਾਇਦ ਮੈਨੂੰ ਲੱਗਦਾ ਜੇ ਮੈਂ ਸ਼ਾਇਦ ਗਿਣਨਾ ਸ਼ੁਰੂ ਕਰਾਂ ਤੇ ਮੈਂ ਗਿਣ ਵੀ ਨਹੀਂ ਪਾਵਾਂਗੀ, ਇੰਨੇ ਮੈਡਲਸ ਨੇ। ਔਰ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਜ਼ਰੂਰ ਦਿਖਾਵਾਂਗੇ ਕਿ ਤੁਸੀਂ ਕਿਸ ਤਰ੍ਹਾਂ ਆਪਣਾ ਇਹ ਰੂਮ ਤਿਆਰ ਕੀਤਾ ਹੈ ਜਿਹਦੇ ਵਿੱਚ ਹਰ ਇੱਕ ਜੋ ਹੈ ਇਵੈਂਟ ਦਾ ਤੁਸੀਂ ਜਿੰਨੇ ਵੀ ਮੈਡਲਸ ਹਾਸਿਲ ਕੀਤੇ ਨੇ ਉਹ ਇਸ ਕਮਰੇ ਦੇ ਵਿੱਚ ਮੌਜੂਦ ਨੇ। ਪਰ ਬ੍ਰੇਕ ਤੋਂ ਬਾਅਦ ਫਿਲਹਾਲ ਸਮਾਂ ਹੋ ਗਿਆ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਹਾਂ। ब्रेक तो बाद थोड़े सारिਆਂ ਦਾ ਸਵਾਗਤ ਹੈ। ਗੱਲਬਾਤ ਚੱਲ ਰਹੀ ਹੈ ਹਰਨੇਕ ਸਿੰਘ ਰਾਏ ਜੀ ਦੇ ਨਾਲ, ਜਿਨ੍ਹਾਂ ਦਾ ਨਾਮ ਬ੍ਰੈਂਪਟਨ ਹਾਲ ਆਫ ਫੇਮ 2018 ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਦੱਸਣਾ ਚਾਹਾਂਗੇ ਹਰਨੇਕ ਸਿੰਘ ਰਾਏ ਪਹਿਲੇ ਪੰਜਾਬੀ ਪਾਵਰ ਲਿਫਟਰ ਹਨ ਜਿਨ੍ਹਾਂ ਦਾ ਨਾਮ ਬ੍ਰੈਂਪਟਨ ਹਾਲ ਆਫ ਫੇਮ ਦੇ ਵਿੱਚ ਲਿਆਂਦਾ ਗਿਆ ਹੈ। ਤੁਹਾਡੇ ਤੋਂ ਜਾਣਨਾ ਚਾਹਾਂਗੇ, ਤੁਸੀਂ ਕਾਫੀ ਸਾਰੀ ਅਚੀਵਮੈਂਟਸ ਸਾਨੂੰ ਗਿਣਵਾਈਆਂ ਨੇ, ਪਰ ਕਦੀ ਅਸੀਂ ਤੁਹਾਨੂੰ ਕਮਿਊਨਿਟੀ ਦੇ ਵਿੱਚ ਜਾਂ ਕਮਿਊਨਿਟੀ ਇਵੈਂਟਸ ਦੇ ਵਿੱਚ ਕਹਿ ਸਕਦੇ ਹਾਂ ਜ਼ਿਆਦਾਤਰ ਇਨਵੋਲਵ ਹੁੰਦੇ ਨਹੀਂ ਵੇਖਿਆ। ਮੈਂ ਜਿੱਥੇ ਦਾ ਸਪੋਰਟਸ ਇਵੈਂਟ ਹੁੰਦੇ ਉੱਥੇ ਮੈਂ ਕਾਫੀ ਜਾਣਾ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ 87 ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਪੰਜਾਬੀ ਆਪਣੇ ਜਿਹੜੇ ਕਬੱਡੀ ਦੇ ਟੂਰਨਾਮੈਂਟ ਹੁੰਦੇ ਆ, ਉੱਥੇ ਕਿਤੇ ਵੀ ਜਿੱਥੇ ਭਾਰ ਚੁਕਾਉਣ ਦਾ ਕੰਪੀਟੀਸ਼ਨ ਹੋਇਆ 30 ਸਾਲਾਂ 'ਚ, ਉਹ ਭਾਰ ਮੈਂ ਹੀ ਲੈ ਕੇ ਜਾਣਾ। ਇੱਕ ਸਾਲ ਵੀ ਮੈਂ ਮਿਸ ਨਹੀਂ ਕੀਤਾ। ਤੇ ਜਿੰਨੇ ਵੀ ਸਾਡੇ 30 ਸਾਲਾਂ ਦੇ ਵਿੱਚ ਪਿਛਲੇ 30-32 ਸਾਲ ਦੇ ਵਿੱਚ ਜਿੰਨੇ ਭਾਰ ਚੱਕਣ ਦੇ ਮੁਕਾਬਲੇ ਟੂਰਨਾਮੈਂਟ ਤੇ ਹੋਏ ਆ, ਉਹ ਸਾਰੇ ਮੈਂ ਹੀ ਕਰਾਏ ਆ। ਮੈਂ ਭਾਰ ਹੁੰਦਾ ਤੇ ਮੈਂ ਹੀ ਲੈ ਕੇ ਜਾਣਾ ਤੇ ਮੈਂ ਅਸੀਂ ਉਹਦਾ ਨਾਂ ਜਿੱਦਾਂ ਸਾਰੇ ਲਿਖ ਕੇ ਅਵਾਰਡ ਸਾਰਾ ਜੋ ਕੁਛ ਵੀ ਉਹਨੂੰ ਦੇਣਾ ਉਹ ਮੇਰਾ ਆਪਣਾ ਕੀਤਾ ਹੁੰਦਾ। ਤੇ ਬਾਕੀ ਮੈਂ ਆਮ ਜਿਹੜੀਆਂ ਪਾਰਟੀਆਂ ਹੁੰਦੀਆਂ ਜਾਂ ਮੈਂ ਦੇਖੋ ਜੀ ਕਿਸੇ ਪਾਰਟੀ ਦੇ ਜਾਂ ਕਿਸੇ ਵੀ ਇਵੈਂਟ ਦੇ ਵਿਰੁੱਧ ਨਹੀਂ ਹੈ, ਪਰ ਆਮ ਮੈਂ ਬਹੁਤਾ ਪਾਰਟੀਆਂ ਤੇ ਪਰਸਨਲੀ ਜਾਣਾ ਲਾਈਕ ਨਹੀਂ ਕਰਦਾ, ਕਿਉਂਕਿ ਮੇਰੇ ਜਿਹੜਾ ਮੋਸਟਲੀ ਵੀਕਐਂਡ ਜਾਂ ਤਾਂ ਆਪਣੇ ਕੰਮ ਤੇ ਜਾਂ ਕਿਉਂਕਿ ਮੈਂ ਇਨਵੋਲਵ ਤੁਹਾਨੂੰ ਦੱਸਿਆ ਕਿ ਮੈਂ ਡੋਪਿੰਗ ਕੰਟਰੋਲ ਦੇ ਵਿੱਚ ਆ ਤੇ ਮੈਂ ਰੈਫਰੀ ਵੀ ਆ ਤੇ ਇਸ ਏਰੀਆ ਦਾ ਮੈਂ ਚੇਅਰਮੈਨ ਵੀ ਆ ਸਾਡੇ ਜਿਹੜਾ ਸੈਂਟਰਲ ਓਨਟਾਰੀਓ। ਇਸ ਕਰਕੇ ਮੇਰੇ ਕੋਲ ਟਾਈਮ ਹੀ ਨਹੀਂ ਹੁੰਦਾ। ਮੈਂ ਉੱਥੇ ਖੇਲਾਂ ਦੇ ਇਵੈਂਟ ਤੇ ਹੀ ਕਿਤੇ ਨਾ ਕਿਤੇ ਮੈਨੂੰ ਹਰੇਕ ਹਫ਼ਤੇ ਜਾਣਾ ਪੈਂਦਾ, ਕਿਉਂਕਿ ਕੰਪੀਟੀਸ਼ਨ ਕਾਫੀ ਆ। ਜੇ ਮੈਂ ਰੈਫਰੀ ਨਾ ਵੀ ਹੋਵਾਂ ਤੇ ਕੋਈ ਪ੍ਰੋਬਲਮ ਕਈ ਵਾਰੀ ਪੈ ਜਾਂਦੀ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਕਿਸੇ ਨੂੰ ਹੈਲਪ ਦੀ ਲੋੜ ਆ ਤਾਂ ਉਹ ਕਹਿੰਦੇ ਏਰੀਆ ਚੇਅਰ ਕਿੱਥੇ ਆ ਜੀ, ਜੇ ਮੈਂ ਉੱਥੇ ਹੈ ਨਹੀਂ ਤੇ ਉਹ ਕਹਿੰਦੇ ਚੇਅਰਮੈਨ ਨੂੰ ਤਾਂ ਫਿਕਰ ਹੀ ਨਹੀਂ ਹੈ ਕੋਈ। ਤੇ ਜੇ ਤੁਸੀਂ ਫਿਰ ਆਪਣੀ ਰਿਸਪੌਂਸਿਬਿਲਿਟੀ ਲੈਂਦੇ ਆ ਤੇ ਮੈਨੂੰ ਫਿਰ ਉੱਥੇ ਜਾਣਾ ਪੈਂਦਾ। ਫਿਰ ਕਈ ਵਾਰ ਮੇਰੇ ਕੋਲ ਟਾਈਮ ਹੁੰਦਾ ਥੋੜ੍ਹਾ ਜਿਹਾ ਮੈਂ ਪੰਜਾਬੀ ਦੇ ਲੈਸਨ ਬਣਾ ਕੇ ਪਾਉਣਾ YouTube ਤੇ Facebook ਤੇ ਕਿ ਜਿਹੜੀ ਕਮਿਊਨਿਟੀ ਨਹੀਂ ਪੰਜਾਬੀ ਬੋਲਦੀ ਉਹਨਾਂ ਨੂੰ ਥੋੜ੍ਹੀ ਜਿਹੀ ਪੰਜਾਬੀ ਪ੍ਰਮੋਟ ਕੀਤੀ ਜਾਵੇ, ਜਾਂ ਫਿਰ ਮੈਂ ਵੇਟ ਟ੍ਰੇਨਿੰਗ ਦੀਆਂ ਮੂਵੀਜ਼ ਟੈਕਨੀਕ ਵਗੈਰਾ ਪਾ ਕੇ ਪਾਉਣਾ। ਮੇਰਾ ਹੁੰਦਾ ਕਿ ਕਿਸੇ ਦੀ ਜੇ ਕੋਈ ਮਦਦ ਹੋ ਸਕਦੀ ਆ ਕਿਸੇ ਵੀ ਤਰੀਕੇ ਦੇ ਨਾਲ ਤੇ ਮੇਰਾ ਟਾਈਮ ਉੱਥੇ ਜ਼ਿਆਦਾ ਲੱਗਦਾ। ਇਸ ਕਰਕੇ ਤੁਸੀਂ ਮੈਨੂੰ ਬਾਹਰ ਕੱਟਦੇ। ਫਿਰ ਮੈਂ ਰੇਡੀਓ ਤੇ ਵੀ ਕਾਫੀ ਹੈਲਥ ਪ੍ਰਮੋਸ਼ਨ ਜਾਂ ਨਿਊਜ਼ ਵਗੈਰਾ ਦਿੰਦਾ ਰਹਿਣਾ, TV ਤੇ ਵੀ ਮੈਂ ਜਾਂਦਾ ਆ। ਇਸ ਕਰਕੇ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਮੈਂ ਬਾਹਰ ਫੇਰੇ ਤੁਰੇ ਤੇ
ਜ਼ਿਆਦਾ ਜਾਵਾਂ ਜਾਂ ਲੋਕਾਂ ਨੂੰ ਮਿਲਾਂ। ਬਿਲਕੁਲ ਅਸੀਂ ਦੇਖ ਸਕਦੇ ਹਾਂ ਤੁਸੀਂ ਆਪਣੇ ਆਪ ਨੂੰ ਕਾਫੀ ਇਨਵੋਲਵ ਰੱਖਿਆ ਹੋਇਆ, ਕਾਫੀ ਬਿਜ਼ੀ ਰੱਖਿਆ ਹੋਇਆ ਆਪਣੇ ਆਪ ਨੂੰ। ਬ੍ਰੇਕ ਤੇ ਜਾਣ ਤੋਂ ਪਹਿਲਾਂ ਕਿਹਾ ਸੀ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾਵਾਂਗੇ ਜਿਹੜੀ ਤੁਸੀਂ ਇੱਕ ਰੂਮ ਤਿਆਰ ਕੀਤਾ ਹੈ, ਜਿਹੜੀ ਇੱਕ ਸਪੈਸ਼ਲ ਵਾਲ ਤਿਆਰ ਕੀਤੀ ਹੈ ਜਿੱਥੇ ਸਾਰੇ ਤੁਹਾਡੇ ਮੈਡਲਸ ਰੱਖੇ ਗਏ ਨੇ, ਸਾਰੇ ਤੁਹਾਡੇ ਅਵਾਰਡਸ ਰੱਖੇ ਗਏ ਨੇ, ਉਹ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾਣਾ ਚਾਹਾਂਗੇ। ਹਾਂਜੀ, ਅਵਾਰਡ ਵੈਸੇ ਕਾਫੀ ਆ, ਪਰ ਮੈਂ ਥੋੜ੍ਹੇ ਜਿਹੇ ਜਿਹੜੇ ਖਾਸ ਅਵਾਰਡਸ ਮੇਰੇ ਮੈਂ ਉਹਨਾਂ ਬਾਰੇ ਤੁਹਾਨੂੰ ਦੱਸਾਂਗਾ। ਇੱਕ ਤਾਂ ਮੈਨੂੰ 1994 ਦੇ ਵਿੱਚ ਓਨਟਾਰੀਓ ਸਰਕਾਰ ਨੇ ਮੇਰੀ ਕਮਿਊਨਿਟੀ ਵਰਕ ਲਈ ਤੇ ਖੇਲਾਂ ਲਈ ਮੈਨੂੰ ਸਨਮਾਨਿਤ ਕੀਤਾ ਸੀਗਾ। ਤੇ ਆਹ ਜਿਹੜਾ ਸਾਡੇ ਸਪੋਰਟਸ ਹਾਲ ਆਫ ਫੇਮ, ਇਹ ਸਾਡੇ ਸੈਲਅਪਸ ਅਵਾਰਡ ਜਿਹੜਾ ਆ ਉਹਦਾ ਇਹ ਮੈਨੂੰ ਮਿਲਿਆ ਸੀਗਾ। ਪਰ ਆਹ ਜਿਹੜਾ ਪਹਿਲਾਂ ਮੈਂ ਸਭ ਤੋਂ ਤੁਹਾਨੂੰ ਬਰੈਂਪਟਨ ਸਪੋਰਟਸ ਹਾਲ ਆਫ ਫੇਮ ਕਹਿੰਦਾ, ਬਰੈਂਪਟਨ ਸਪੋਰਟਸ ਹਾਲ ਆਫ ਫੇਮ ਦਾ ਮੈਨੂੰ ਜਦੋਂ ਇਨਵੀਟੇਸ਼ਨ ਸੀ, ਤੇ ਆਹ ਬਰੈਂਪਟਨ ਸਪੋਰਟਸ ਹਾਲ ਆਫ ਫੇਮ ਦਾ ਜਿਹੜੀ ਮੈਨੂੰ ਬਾਇਓਡੇਟਾ ਉਹਦੀ ਛੋਟੀ ਕਾਪੀ ਆ। ਆਹ ਮੇਰਾ ਹੈਗਾ ਆ ਪਰਸਨਲ ਸਰਟੀਫਿਕੇਸ਼ਨ, ਪਰਸਨਲ ਟ੍ਰੇਨਰ ਦੀ ਸਰਟੀਫਿਕੇਸ਼ਨ। ਤੇ ਆਹ ਸਾਡੇ ਓਨਟਾਰੀਓ ਪਾਵਰ ਲਿਫਟਿੰਗ ਦਾ ਜਿਹੜਾ ਆਨਰ OPA ਰਿਕੋਗਨੀਸ਼ਨ ਅਵਾਰਡ, ਇਹ ਓਨਟਾਰੀਓ ਚੋਂ ਇੱਕ ਸਾਲ ਦੇ ਵਿੱਚ ਇੱਕੋ ਹੀ ਵਾਰੀ ਇੱਕ ਕਿਸੇ ਬਿਲਡਰ ਨੂੰ ਜਿਹੜਾ ਉਹ ਮਿਲ ਸਕਦਾ, ਤੇ ਇਹ ਮੈਨੂੰ ਮਿਲਿਆ ਸੀਗਾ 96 ਦੇ ਵਿੱਚ। ਤੇ ਆਹ ਸਾਡਾ ਜਿਹੜਾ ਇੱਕ ਸੇਲ ਆਪਸ ਸਪੈਸ਼ਲ ਅਚੀਵਮੈਂਟ ਅਵਾਰਡ, ਇਹ ਸਾਡੀ ਓਨਟਾਰੀਓ ਸਰਕਾਰ ਦਾ ਸਾਰਿਆਂ ਨਾਲੋਂ ਵੱਡਾ ਜਿਹੜਾ ਆਨਰ ਆ। ਇਹ ਇੱਕ ਖੇਲ ਦੇ ਵਿੱਚੋਂ ਇੱਕੋ ਹੀ ਵਾਰੀ ਇੱਕ ਬੰਦੇ ਨੂੰ ਸਾਲ ਦੇ ਵਿੱਚ ਸਾਰੇ ਓਨਟਾਰੀਓ ਚੋਂ ਮਿਲ ਸਕਦਾ। ਤੇ ਇਹ ਮੇਰੇ ਖਿਆਲ 'ਚ 50-55 ਸਾਲਾਂ ਦੇ ਵਿੱਚ ਸ਼ਾਇਦ ਮੈਂ ਇਕੱਲਾ ਹੀ ਸਾਊਥ ਏਸ਼ੀਅਨ ਹੈ ਜਿਹਨੂੰ ਮਿਲਿਆ ਸੀਗਾ। ਤੇ ਇਹ ਮੈਨੂੰ 2007 ਦੇ ਵਿੱਚ ਮਿਲਿਆ ਸੀ। ਤੇ ਆਹ ਸਾਡੇ ਜਿਹੜੀ ਨਾਰਥ ਅਮਰੀਕਨ ਪਾਵਰ ਲਿਫਟਿੰਗ ਫੈਡਰੇਸ਼ਨ ਹੈ ਸ਼ਿਕਾਗੋ ਦੇ ਵਿੱਚ ਮੈਨੂੰ 2002 ਦੇ ਵਿੱਚ ਉਹਨਾਂ ਨੇ ਸਨਮਾਨਿਤ ਕੀਤਾ ਸੀ। ਤੇ ਆਹ ਸਾਡਾ ਜਿਹੜਾ ਕੈਨੇਡੀਅਨ ਪਾਵਰ ਲਿਫਟਿੰਗ ਯੂਨੀਅਨ ਇੰਟਰਨੈਸ਼ਨਲ ਪਾਵਰ ਲਿਫਟਿੰਗ ਫੈਡਰੇਸ਼ਨ ਦੀ, ਉਹਦਾ ਸਾਰਿਆਂ ਨਾਲੋਂ ਵੱਡਾ ਸਾਡੇ ਆਨਰ ਆ ਹਾਲ ਆਫ ਫੇਮ ਦਾ। ਤੇ ਇਹ ਮੈਨੂੰ 2001 ਦੇ ਵਿੱਚ ਮਿਲਿਆ ਸੀ। ਤੇ ਇੱਕ ਸਾਲ ਦੇ ਵਿੱਚ ਇਹ ਤਕਰੀਬਨ ਸਾਰੇ ਕੈਨੇਡਾ ਦੇ ਵਿੱਚੋਂ ਇੱਕੋ ਹੀ ਬੰਦੇ ਨੂੰ ਮਿਲ ਸਕਦਾ। ਆਹ ਮੇਰੀ 97 ਦੀ ਓਨਟਾਰੀਓ ਚੈਂਪੀਅਨਸ਼ਿਪ ਦੀ ਫੋਟੋ ਆ। ਇੱਥੇ ਮੈਂ ਓਨਟਾਰੀਓ ਦਾ ਬੈਂਚ ਪ੍ਰੈਸ ਦਾ ਰਿਕਾਰਡ ਬ੍ਰੇਕ ਕੀਤਾ ਸੀਗਾ। ਆਹ ਜਿਹੜੇ ਪੈ ਟੈਗਸ, ਇਹ ਮੈਂ ਜਿੱਥੇ ਰੈਫਰੀ ਅਫੀਸ਼ੀਅਲ ਹੁੰਦਾ ਵਰਲਡ ਚੈਂਪੀਅਨਸ਼ਿਪ ਜਾਂ ਕੈਨੇਡੀਅਨ ਓਨਟਾਰੀਓ ਚੈਂਪੀਅਨਸ਼ਿਪ, ਹੋਰ ਕਾਫੀ ਜਿਹੜੇ ਤੇ ਜਿਹੜਾ ਵੀ ਮੈਨੂੰ ਉਹ ਮਿਲਦਾ ਹੁੰਦਾ ਆਪਣੇ ID ਲਈ, ਇਹ ਮੈਂ ਤਕਰੀਬਨ ਇੱਥੇ ਸਾਰੇ ਫਿਰ ਜਮ੍ਹਾਂ ਕਰਕੇ ਰੱਖ ਲੈਣਾ ਹੁੰਦਾ। ਤੇ ਇੱਧਰ ਫਿਰ ਮੇਰੀਆਂ ਟਰੋਫੀਆਂ, ਆ ਲੰਡਨ ਓਪਨ ਜਿਹੜੀ ਲੰਡਨ ਸਾਡੇ ਓਨਟਾਰੀਓ ਉਹਦਾ ਬੈਸਟ ਲਿਫਟ ਦਾ ਅਵਾਰਡ, CNE ਦੇ ਵਿੱਚ ਹੋਏ ਸੀ ਬੈਂਚ ਪ੍ਰੈਸ ਚੈਂਪੀਅਨਸ਼ਿਪ ਉਹਦਾ, ਤੇ ਆ ਓਨਟਾਰੀਓ ਬੈਂਚ ਪ੍ਰੈਸ ਦਾ, ਤੇ ਆ ਵੀ ਓਨਟਾਰੀਓ ਬੈਂਚ ਪ੍ਰੈਸ, ਤੇ ਆ ਮੇਰਾ ਵਰਲਡ ਚੈਂਪੀਅਨਸ਼ਿਪ ਦੀ ਫੋਟੋ ਆ। ਤੇ ਇਹ ਕਾਫੀ ਜਿਹੜੇ ਕੈਨੇਡੀਅਨ ਚੈਂਪੀਅਨਸ਼ਿਪ ਦੀ ਟਰੋਫੀ ਆ, ਇਹ ਸਾਰੀਆਂ ਟਰੋਫੀਆਂ ਥੋੜ੍ਹੀਆਂ ਬਹੁਤੀਆਂ ਹੋ ਗਈਆਂ ਇੰਗਲੈਂਡ ਦੀਆਂ ਜਾਂ ਸਕਾਟਲੈਂਡ ਦੀ, ਕਿਉਂ ਮੈਂ ਕੋਲ ਲਾਇਆ ਸੀਗਾ। ਤੇ ਬਾਕੀ ਟਰੋਫੀਆਂ ਤਕਰੀਬਨ ਸਾਰੀਆਂ ਇੱਥੇ ਦੀਆਂ ਹੀ ਆ। ਤੇ ਜਿਸ ਤਰ੍ਹਾਂ ਆਹ ਸਾਡੇ ਕੈਨੇਡੀਅਨ ਚੈਂਪੀਅਨਸ਼ਿਪ ਸੀਗੀ, ਆਪਾਂ ਜਿਹੜੇ ਕੈਨੇਡੀਅਨ ਚੈਂਪੀਅਨਸ਼ਿਪ ਜਾਂ ਓਨਟਾਰੀਓ ਚੈਂਪੀਅਨਸ਼ਿਪ ਉਹਦੇ ਮੋਸਟਲੀ ਤੁਹਾਨੂੰ ਮੈਡਲ ਹੀ ਹੁੰਦੇ ਆ। ਅੱਜ ਜਿੱਦਾਂ ਮੈਂ ਆਪਣੀ ਟੀਮ ਲੈ ਕੇ ਜਾਂਦਾ, ਟੀਮ ਕੋਚ, ਆਹ ਟਰੋਫੀ ਜਿਹਦਾ ਸਪੈਸ਼ਲ ਆ ਕੈਨੇਡੀਅਨ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਦੀ 97 ਦੀ ਬੈਸਟ ਟੀਮ ਜਿਹੜੇ ਮੇਰੇ ਟ੍ਰੇਨ ਕੀਤੇ ਐਥਲੀਟ, ਸਾਨੂੰ ਬੈਸਟ ਕਲੱਬ ਦੀ ਟੀਮ ਦੀ ਟਰੋਫੀ ਮਿਲੀ ਸੀ। ਆ ਓਨਟਾਰੀਓ ਦੀ ਸਾਡੀ 97 ਦੀ, ਜਿਸ ਤਰ੍ਹਾਂ ਤੁਹਾਨੂੰ ਪਤਾ ਓਨਟਾਰੀਓ ਚੈਂਪੀਅਨਸ਼ਿਪ ਦੀ ਬੈਸਟ ਟੀਮ ਕਰਕੇ ਮੈਂ ਕੋਚਿੰਗ ਵੀ ਕਰਦਾ। ਅਸੀਂ ਦੇਖਿਆ ਕਿ ਤੁਸੀਂ ਜਿੰਨੀ ਵੀ ਆਪਣੀ ਅਚੀਵਮੈਂਟਸ, ਆਪਣੇ ਮੈਡਲਸ ਦਿਖਾਏ ਨੇ, ਪਰ ਨਾਲ ਹੀ ਤੁਹਾਨੂੰ ਅਸੀਂ ਦੱਸਣਾ ਚਾਹਾਂਗੇ ਕਿ ਤੁਸੀਂ ਕਮਿਊਨਿਟੀ ਲਈ ਤਾਂ ਖੈਰ ਇੱਕ ਬਹੁਤ ਹੀ ਵੱਡਾ ਐਗਜ਼ਾਮਪਲ ਹੋ, ਨਾਲ ਹੀ ਜਿਹੜੇ ਨੌਜਵਾਨ ਪੀੜ੍ਹੀ ਹੈਗੀ ਹੈ ਔਰ ਜਿਹੜੀ ਆਉਣ ਵਾਲੀ ਜਨਰੇਸ਼ਨ ਹੈਗੀ ਹੈ ਉਹਨਾਂ ਲਈ ਜੋ ਹੈ ਤੁਸੀਂ ਇੱਕ ਬਹੁਤ ਹੀ ਵਧੀਆ ਐਗਜ਼ਾਮਪਲ ਸੈੱਟ ਕੀਤਾ ਹੈ। ਤੁਹਾਡੇ ਤੋਂ ਜਾਣਨਾ ਚਾਹਾਂਗੇ ਤੁਸੀਂ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ, ਔਰ ਖਾਸ ਕਰਕੇ ਜਿਹੜੇ ਬੱਚੇ ਜੋ ਹੈ ਅੱਜ ਕੱਲ੍ਹ ਦੂਜੇ ਪਾਸੇ ਜਾ ਰਹੇ ਨੇ, ਔਰ ਜ਼ਿਆਦਾਤਰ ਅਸੀਂ ਦੇਖਿਆ ਕਿ ਬੱਚੇ ਇਨਡੋਰਸ ਗੇਮ ਜ਼ਿਆਦਾ ਖੇਡਦੇ ਨੇ, ਜਾਂ ਵੀਡੀਓ ਗੇਮ ਅਸੀਂ ਕਹਿ ਸਕਦੇ ਹਾਂ, ਜਾਂ ਸੋਸ਼ਲ ਨੈਟਵਰਕਿੰਗ ਤੇ ਜ਼ਿਆਦਾ ਨੇ, ਉਹਨਾਂ ਵਾਸਤੇ ਤੁਸੀਂ ਕੋਈ ਮੈਸੇਜ ਦੇਣਾ ਚਾਹੋਗੇ? ਦੇਖੋ ਜੀ, ਜਿਹੜਾ ਸੋਸ਼ਲ ਨੈਟਵਰਕ ਮੈਂ ਉਹਦੇ ਅਗੇਂਸਟ ਨਹੀਂ, ਅਸੀਂ ਆਪ ਵੀ ਚੈੱਕ ਕਰੀਦਾ, ਉਹਦੇ ਨਾਲ ਮੀਡੀਅਮ ਕਾਫੀ ਚੰਗਾ ਆ ਕਿ ਤੁਹਾਨੂੰ ਜਾਣ ਪਛਾਣ ਹੋ ਜਾਂਦੀ ਲੋਕਾਂ ਨਾਲ, ਤੁਹਾਨੂੰ ਸਿੱਖਣ ਨੂੰ ਵੀ ਕਾਫੀ ਮਿਲਦਾ। ਕਿਉਂਕਿ ਜਿਹੜੇ ਜੇ ਚੰਗੇ ਪਾਸੇ ਵਰਤਣਾ ਹੋਵੇ, ਜਿਸ ਤਰ੍ਹਾਂ ਸਾਡੀ ਟ੍ਰੇਨਿੰਗ ਕੋਚਿੰਗ ਜਿਸ ਟਾਈਮ ਤੇ ਅਸੀਂ ਸਟਾਰਟ ਕੀਤੀ, ਸਾਨੂੰ ਕਿਸੇ ਪਾਸਿਓਂ ਕੋਈ ਹੈਲਪ ਨਹੀਂ ਸੀ, ਕੋਈ ਕੋਚ ਨਹੀਂ ਹੁੰਦਾ ਸੀਗਾ, ਕੋਈ ਦੱਸਦਾ ਨਹੀਂ ਹੈ, ਨਾ ਇੰਟਰਨੈਟ, ਕੋਈ ਕਿਤਾਬ ਤੁਸੀਂ ਦੇਖ ਲਿਆ ਤਾਂ ਤੁਹਾਨੂੰ ਪਤਾ ਲੱਗ ਗਿਆ, ਨਹੀਂ ਤਾਂ ਨਹੀਂ ਪਤਾ ਲੱਗਦਾ। ਪਰ ਦੂਜੇ ਪਾਸੇ ਇਹ ਵੀ ਆ ਕਿ ਇਹ ਇੰਗਲਿਸ਼ ਤੱਕ ਜਿੱਦਾਂ ਐਡਿਕਸ਼ਨ ਕਿ ਤੁਹਾਨੂੰ ਇੱਕ ਵਾਰੀ ਪੰਜਾਬੀ 'ਚ ਮੈਂ ਕਹਿੰਦਾ ਅਮਲ ਲੱਗ ਗਿਆ ਫੇਸਬੁੱਕ ਦਾ, ਜਾਂ ਹੋਰ ਉਹ ਲੋਕੀ ਫੇਸਬੁੱਕ 'ਤੇ ਮੈਸੇਜ ਭੇਜੀ ਜਾਂਦੇ ਆ, ਜਾਂ WhatsApp 'ਤੇ ਹੀ ਲੱਗੇ ਰਹਿੰਦੇ 2-2 3-3 ਘੰਟੇ, ਤਾਂ ਕਹਿਣਾ ਮੇਰੇ ਕੋਲ ਟ੍ਰੇਨਿੰਗ ਦਾ ਟਾਈਮ ਹੈ ਨਹੀਂ। ਮੈਂ ਜਿਹੜਾ ਕਹਿੰਦਾ ਕਿ ਟਾਈਮ ਹੈ ਨਹੀਂ ਉਹਦਾ ਕੋਈ ਬਹਾਨਾ ਨਹੀਂ।
ਜੀ। ਮੈਂ ਦੱਸਣਾ ਚਾਹੁੰਦਾ ਕਿ ਜੀ ਜਦੋਂ ਮੇਰਾ ਵਿਆਹ ਹੋਇਆ ਮੈਂ 22 ਸਾਲ ਦਾ ਮੇਰੀ ਉਮਰ ਸੀਗੀ ਤੇ ਮੇਰੀ ਵਾਈਫ 19 ਸਾਲ ਦੀ ਵਿਆਹ ਤੋਂ ਮਗਰੋਂ ਹੋਈ ਸੀ ਤੇ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਸੀ ਆਪ ਘਰ ਰਨ ਕਰਨ ਦੀ। ਫਿਰ ਵੀ ਮੈਂ ਇਹ ਖੇਲਾਂ ਦੇ ਵਿੱਚ ਹਿੱਸਾ ਲਿਆ। ਮੈਂ ਬ੍ਰੈਗ ਨਹੀਂ ਕਰਦਾ ਕਿ ਆਪਣੀਆਂ ਸਿਫਤਾਂ ਕਰਾਂ। 2 ਯੂਨੀਵਰਸਿਟੀ ਦੀਆਂ ਡਿਗਰੀਆਂ ਮੇਰੇ ਕੋਲ, ਮੈਂ ਘਰ ਆਪਣਾ ਰਨ ਕਰਦਾ। ਲੋਕਾਂ ਲਈ ਮੈਂ ਕਮਿਊਨਿਟੀ ਲਈ ਵੀ ਜਿੰਨਾ ਵੱਧੋ ਵੱਧ ਕੰਮ ਹੋ ਸਕਦਾ। ਮੈਂ ਪਹਿਲਾਂ ਵੀ ਕਿਹਾ ਕਿ ਮੈਨੂੰ ਅੱਜ ਤੱਕ ਜ਼ਿੰਦਗੀ 'ਚ ਇਹ ਵੀਡੀਓ ਦੇਖ ਕੇ ਮੈਂ ਕਹਿੰਦਾ ਤੁਹਾਨੂੰ ਫੋਨ ਕੋਈ ਕਰਕੇ ਦੱਸ ਦੇਵੇ ਕਿ ਮੈਂ ਇੱਕ ਵਾਰੀ ਵੀ ਮੈਨੂੰ ਜੇ ਕਿਸੇ ਨੇ ਕੰਮ ਕਿਹਾ ਮੇਰੀ ਜ਼ਿੰਦਗੀ ਦੇ ਵਿੱਚ ਜਿਹੜਾ ਮੈਂ ਕਰ ਸਕਦਾ ਸੀ, ਜੇ ਨਹੀਂ ਕੀਤਾ ਮੈਂ ਜਵਾਬ ਦਿੱਤਾ ਛੋਟੇ ਮੋਟੇ ਕੰਮ ਤੋਂ ਵੀ, ਤੇ ਬੰਦਾ ਮੈਨੂੰ ਦੱਸ ਸਕਦਾ ਕਿ ਤੂੰ ਮੈਨੂੰ ਜਵਾਬ ਦਿੱਤਾ ਸੀ। ਅੱਜ ਤੱਕ ਮੈਂ ਕਦੇ ਕਿਸੇ ਨੂੰ ਕੰਮ ਤੋਂ ਜਵਾਬ ਨਹੀਂ ਦਿੱਤਾ। ਫਿਰ ਵੀ ਮੈਂ ਖੇਲਾਂ ਲਈ ਆਪਣਾ ਟਾਈਮ ਜਿੰਨਾ ਵੀ ਵੱਧੋ ਵੱਧ ਹੋ ਸਕਦਾ ਮੈਂ ਕੱਢਦਾ। ਇਸ ਕਰਕੇ ਜੇ ਮੈਂ ਕਹਿੰਦਾ ਕਿ ਤੁਹਾਨੂੰ ਟਾਈਮ ਦੀ ਘਾਟ ਆ, ਸਾਰਿਆਂ ਕੋਲ ਚਲੋ ਉਹਨਾਂ ਨੂੰ ਟਾਈਮ ਮੈਨੇਜਮੈਂਟ ਦਾ ਨਹੀਂ ਜੇ ਇੰਨਾ ਪਤਾ, ਘੱਟੋ ਘੱਟ ਆਪਣੇ ਲਈ ਤਾਂ ਕੱਢ ਸਕਦੇ ਆ ਨਾ। ਜੇ ਹੋਰ ਨਾ ਲਈ, ਜਿੱਦਾਂ ਹੁਣ ਮੈਂ ਰੈਫਰੀ ਆ ਜਾਂ ਹੋਰ ਕਿਸੇ ਪਾਸੇ ਜਾਣਾ, ਜੇ ਨਹੀਂ ਵੀ ਜਾ ਸਕਦੇ ਘੱਟੋ ਘੱਟ ਬੰਦਾ ਜਿਮ ਨੂੰ ਜਾ ਸਕਦਾ। ਤੇ ਮੈਨੂੰ ਤਕਰੀਬਨ 30-35 ਸਾਲ ਹੋ ਗਏ ਲੋਕਾਂ ਨੂੰ ਟ੍ਰੇਨਿੰਗ ਦਿੰਦੇ ਨੂੰ। ਮੈਂ ਸਰਟੀਫਾਈਡ ਪਰਸਨਲ ਟ੍ਰੇਨਰ ਆ, ਮੈਂ ਤੁਹਾਨੂੰ ਸਰਟੀਫਿਕੇਟ ਵੀ ਦਿਖਾ ਦਿੰਦਾ। ਤੇ ਮੈਂ ਅੱਜ ਤੱਕ ਕਿਸੇ ਤੋਂ ਟ੍ਰੇਨਿੰਗ ਦਾ ਪੈਸਾ ਨਹੀਂ ਲਿਆ, ਇੱਕ ਸਿੰਗਲ ਸੈਂਟ ਵੀ। ਮੈਨੂੰ ਕੋਈ ਈਮੇਲ ਹਾਲੇ ਤਾਂ ਇੰਡੀਆ ਤੋਂ ਵੀ ਮੈਨੂੰ ਸ੍ਰੀਲੰਕਾ ਹੋਰ ਕਾਫੀ ਕੰਟਰੀਆਂ ਤੋਂ ਵੀਡੀਓ ਭੇਜ ਕੇ ਵੀ ਮੇਰੀ ਓਪੀਨੀਅਨ ਪੁੱਛਦੇ ਆ। ਇੱਥੇ ਵੀ ਮੈਨੂੰ ਕਿਸੇ ਨੇ ਕੁਐਸਚਨ ਪੁੱਛਣਾ ਹੋਵੇ ਮੈਂ ਕਦੇ ਕਿਸੇ ਤੋਂ ਪੈਸਾ ਨਹੀਂ ਲਿਆ। ਜਿੰਨੀ ਕੁ ਮਦਦ ਮੇਰੇ ਤੋਂ ਹੋ ਸਕਦੀ ਮੈਂ ਕਰਨ ਲਈ ਤਿਆਰ ਹਾਂ। ਜੀ ਤੁਸੀਂ ਬਹੁਤ ਹੀ ਵਧੀਆ ਸੁਨੇਹਾ ਵੀ ਦਿੱਤਾ ਹੈ ਸਾਡੀ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ। ਹਰਨੇਕ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ। ਐਂਡ ਆਈ ਐਮ ਪ੍ਰੀਟੀ ਸ਼ੋਰ ਕਿ ਜਿਹੜੇ ਦਰਸ਼ਕਾਂ ਨੇ ਜੋ ਹੈ ਸਾਡਾ ਐਪੀਸੋਡ ਦੇਖਿਆ ਹੈ ਉਹ ਵੀ ਜ਼ਰੂਰ ਇਨਸਪਾਇਰ ਹੋਏ ਹੋਣਗੇ ਤੁਹਾਡੇ ਤੋਂ। ਥੈਂਕ ਯੂ ਸੋ ਮਚ ਫॉर ਜੁਆਇਨਿੰਗ ਅਸ। ਤੁਹਾਡਾ ਧੰਨਵਾਦ ਜੀ ਇੱਕ ਵਾਰ ਫੇਰ, ਤੇ ਸਾਰੇ ਦਰਸ਼ਕਾਂ ਦਾ ਮੈਂ ਇੱਕ ਵਾਰੀ ਧੰਨਵਾਦ ਕਰਦਾ ਸਾਡਾ ਪ੍ਰੋਗਰਾਮ ਦੇਖਣ ਲਈ। ਤੇ ਕੋਈ ਵੀ ਮਦਦ ਚਾਹੀਦੀ ਹੋਵੇ ਮੈਨੂੰ ਸਿੱਧਾ ਫੋਨ ਕਰ ਲੈਣ ਜਾਂ ਤੁਹਾਤੋਂ ਮੇਰਾ ਫੋਨ ਨੰਬਰ ਲੈ ਲੈਣ। ਤੇ ਤੁਹਾਡਾ ਇੱਕ ਵਾਰ ਫੇਰ ਧੰਨਵਾਦ ਮੇਰੇ ਘਰ ਆ ਕੇ ਮੇਰੇ ਨਾਲ ਗੱਲਬਾਤ ਕਰਨ ਦਾ ਤੇ ਤੁਹਾਡੇ ਟਾਈਮ ਲਈ। ਥੈਂਕ ਯੂ, ਪਲੇਜ਼ਰ ਫॉर ਅਸ। ਹੈਡਲਾਈਨ ਕੈਨੇਡਾ ਵਿੱਚ ਐਸੀ ਸਾਡੀ ਅੱਜ ਦੀ ਖਾਸ ਪੇਸ਼ਕਸ਼। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਕੋਸ਼ਿਸ਼ ਪਸੰਦ ਆਈ ਹੋਵੇਗੀ। ਜੇ ਤੁਸੀਂ ਵੀ ਇਸ ਸੰਬੰਧੀ ਆਪਣਾ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਲਿਖੋ feedback@ptcnetwork.tv ਤੇ। ਅਗਲੇ ਹਫਤੇ ਅਸੀਂ ਮੁੜ ਤੋਂ ਹਾਜ਼ਰ ਹੋਵਾਂਗੇ ਇੱਕ ਨਵੇਂ ਮਹਿਮਾਨ ਅਤੇ ਇੱਕ ਨਵੇਂ ਮੁੱਦੇ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।